आजकल ये तय करना बहुत मुश्किल हो गया साथियों कि ਕਿਹੜੀ ਚੀਜ਼ ਨਾਰਮਲ ਹੈ ਤੇ ਕਿਹੜੀ ਚੀਜ਼ ਨਾਰਮਲ ਨਹੀਂ ਹੈ। ਕਈ ਵਾਰ ਅਸੀਂ ਔਰਤਾਂ ਛੋਟੀਆਂ ਚੀਜ਼ਾਂ ਨੂੰ ਵੀ ਨਾਰਮਲ ਸਮਝ ਲੈਂਦੀਆਂ ਨੇ, ਖਾਸ ਕਰ ਬਾਡੀ ਨਾਲ ਸੰਬੰਧਿਤ ਜੋ ਗੱਲਾਂ ਹੁੰਦੀਆਂ ਨੇ ਅਸੀਂ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰਦੀਆਂ। ਐਦਾਂ ਕਈ ਵਾਰ ਹੁੰਦਾ ਹੈ ਕਿ ਅਸੀਂ ਆਪਣੀ ਸਰੀਰਕ ਤਕਲੀਫਾਂ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ ਹੋਵੇ, ਕਿਸੇ ਪਰਿਵਾਰਿਕ ਮੈਂਬਰ ਤੱਕ ਵੀ ਸਾਡੀ ਗੱਲਬਾਤ ਨਾ ਪਹੁੰਚੀ ਹੋਵੇ। ਗਾਇਨੀ ਸੰਬੰਧੀ ਕਈ ਕਾਮਨ ਪ੍ਰੋਬਲਮਸ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਅੱਜ ਅਸੀਂ ਉਹਨਾਂ ਪ੍ਰੋਬਲਮਸ ਬਾਰੇ ਹੀ ਗੱਲਬਾਤ ਕਰਾਂਗੇ। ਹੈਲਥ ਇਜ਼ ਵੈਲਥ ਪ੍ਰੋਗਰਾਮ ਹੋਏਗਾ ਤੇ ਡਾਕਟਰ ਗੁਰਸਿਮਰਨ ਕੌਰ ਗਾਇਨੀ ਸਪੈਸ਼ਲਿਸਟ ਸਾਡੇ ਨਾਲ ਨੇ ਜੋ ਇਸ ਵੇਲੇ ਫੋਰਟਿਸ ਹਸਪੀਟਲ ਲੁਧਿਆਣਾ 'ਚ ਸੇਵਾਵਾਂ ਦੇ ਰਹੇ ਨੇ। ਮੈਮ ਸਭ ਤੋਂ ਪਹਿਲੇ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲਥ ਇਜ਼ ਵੈਲਥ ਦੇ ਵਿੱਚ। ਥੈਂਕ ਯੂ ਸੋ ਮਚ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਮੈਮ ਘਰ ਦੀ ਔਰਤ ਹਰ ਕਿਸੇ ਦਾ ਧਿਆਨ ਰੱਖਦੀ ਹੈ ਸਿਵਾਏ ਆਪਣੇ। ਕਈ ਨਾਰਮਲ ਪ੍ਰੋਬਲਮਸ ਹੁੰਦੀਆਂ ਨੇ ਬਾਡੀ ਨੂੰ ਲੈ ਕੇ, ਉਹਨਾਂ ਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਅੱਜ ਜਾਂ ਕੱਲ। ਕਈ ਵਾਰ ਹੁੰਦਾ ਵੀ ਹੈ ਬਾਡੀ ਠੀਕ ਵੀ ਕਰ ਲੈਂਦੀ ਉਹਨਾਂ ਪ੍ਰੋਬਲਮਸ ਨੂੰ, ਪਰ ਕਈ ਦਿੱਕਤਾਂ ਨਾਰਮਲ ਹੋਣ ਦੇ ਨਾਲ ਬੜੀ ਮੁਸ਼ਕਲ ਸਥਿਤੀ ਦੇ ਵਿੱਚ ਲੈ ਜਾਂਦੀਆਂ ਨੇ ਇੱਕ ਔਰਤ ਨੂੰ। ਸਾਨੂੰ ਦੱਸੋ ਕਿ ਕਿਹੜੀਆਂ ਕਾਮਨ ਪ੍ਰੋਬਲਮਸ ਔਰਤਾਂ ਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਗੱਲ ਕਰਨੀ ਬਣਦੀ ਹੈ। ਪਹਿਲੀ ਚੀਜ਼ ਹੈ ਕਿ ਅੱਜ ਕੱਲ ਵਜਾਈਨਲ ਡਿਸਚਾਰਜ ਲੂਕੋਰੀਆ ਦੀ ਪ੍ਰੋਬਲਮ, ਬਾਰ-ਬਾਰ ਗੰਦਾ ਪਾਣੀ ਆਣਾ, ਬੱਚੇਦਾਨੀ ਤੋਂ ਥੱਲੋਂ ਦੀ ਸਮੈਲ ਆਣੀ, ਇਹ ਚੀਜ਼ਾਂ ਵੀ ਔਰਤਾਂ ਕਈ ਵਾਰ ਆਪਣੇ ਆਪ ਹੀ ਦੋਸਤਾਂ ਨਾਲ ਗੱਲ ਕਰਕੇ ਉਹਨਾਂ ਦੇ ਮਸ਼ਵਰੇ ਅਕੋਰਡਿੰਗ ਦਵਾਈਆਂ ਵਗੈਰਾ ਯੂਜ਼ ਕਰਨੀਆਂ ਸ਼ੁਰੂ ਕਰ ਲੈਂਦੀਆਂ ਨੇ। ਕਈ ਵਾਰ ਪੀਰੀਅਡ ਇਰੈਗੂਲਰ ਹੁੰਦੇ ਨੇ, 30-35 ਦਿਨ ਬਾਅਦ ਆ ਰਿਹਾ, 40 ਦਿਨ ਬਾਅਦ ਆ ਰਿਹਾ, ਕਈ ਵਾਰ ਪੀਰੀਅਡ ਵਿੱਚ ਆ ਜਾਂਦਾ ਹੈ ਜਾਂ ਕਈ ਵਾਰ ਪੀਰੀਅਡ ਜਿਹੜੇ ਹੁੰਦੇ ਨੇ ਖੁੱਲ੍ਹ ਕੇ ਨਹੀਂ ਆਉਂਦੇ, ਘੱਟ ਆਉਂਦੇ ਨੇ, ਇਹੋ ਜਿਹੀ ਪ੍ਰੋਬਲਮਸ ਹੁੰਦੀਆਂ ਨੇ। ਜਾਂ ਕਈ ਵਾਰ ਬਹੁਤ ਕਾਮਨਲੀ OPD 'ਚ ਦੇਖਦੇ ਆ ਕਿ ਰਸੌਲੀ ਦੀ ਪ੍ਰੋਬਲਮ ਹੁੰਦੀ ਹੈ, ਬੱਚੇਦਾਨੀ ਦੇ ਅੰਦਰ ਰਸੌਲੀ ਹੁੰਦੀ ਹੈ ਔਰ ਰਸੌਲੀ ਇੱਕਦਮ ਬਣ ਗਈ ਹੈ ਤੇ ਔਰਤ ਨੂੰ ਕਈ ਵਾਰ ਦਰਦ ਸ਼ੁਰੂ ਹੋ ਜਾਂਦਾ ਹੈ, ਬਾਰ-ਬਾਰ ਪਿਸ਼ਾਬ ਆਉਂਦਾ ਹੈ ਜਾਂ ਲੈਟਰਿੰਗ ਕਰਨ 'ਚ ਤਕਲੀਫ ਹੁੰਦੀ ਹੈ ਜਾਂ ਖੂਨ ਜ਼ਿਆਦਾ ਜਾ ਰਿਹਾ ਹੁੰਦਾ ਹੈ ਮਾਹਵਾਰੀ ਦੇ ਦੌਰਾਨ। ਇਸ ਤੋਂ ਇਲਾਵਾ ਅੰਡੇਦਾਨੀ 'ਚ ਸਿਸਟ ਹੋ ਜਾਂਦੀ ਹੈ। ਕਈ ਵਾਰ ਔਰਤਾਂ ਆਪਣਾ ਅਲਟਰਾਸਾਊਂਡ ਕਰਾਉਂਦੀਆਂ ਨੇ ਕਿਸੇ ਹੋਰ ਪ੍ਰੋਬਲਮ ਕਾਰਨ ਤੇ ਅਲਟਰਾਸਾਊਂਡ ਦੇ ਵਿੱਚ ਆਉਂਦਾ ਕਿ ਅੰਡੇਦਾਨੀ 'ਚ ਸਿਸਟ ਹੈ ਤੇ ਉਹ ਘਬਰਾ ਜਾਂਦੀਆਂ ਨੇ ਕਿ ਡਾਕਟਰ ਸਾਹਿਬ ਹੁਣ ਇਹਦਾ ਕੀ ਹੋਏਗਾ, ਕੀ ਆਪਰੇਸ਼ਨ ਹੀ ਇਹਦਾ ਹੱਲ ਹੋਏਗਾ, ਕਿਸ ਤਰ੍ਹਾਂ ਇਸ ਸਿਸਟ ਤੋਂ ਛੁਟਕਾਰਾ ਹੋਏਗਾ। ਇਸ ਤੋਂ ਇਲਾਵਾ ਅੱਜ ਕੱਲ ਕੁੜੀਆਂ 'ਚ ਬਹੁਤ ਕਾਮਨਲੀ ਇਹ ਪ੍ਰੋਬਲਮ ਆ ਰਹੀ ਹੈ ਜਿਹਨੂੰ ਆਪਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਆ, ਜਿਹਦੇ ਕਾਰਨ ਕੁੜੀਆਂ ਬਹੁਤ ਜ਼ਿਆਦਾ weight ਵੱਧ ਰਿਹਾ, ਉਹਨਾਂ ਦਾ ਪੀਰੀਅਡ ਬੜੇ ਇਰੈਗੂਲਰ ਆ ਰਹੇ ਨੇ, ਫੇਸ ਤੇ ਮੁਹਾਸੇ ਆ ਰਹੇ, ਕਿੱਲ ਬਣ ਰਹੇ ਨੇ, ਵਾਲ ਆਣੇ ਸ਼ੁਰੂ ਹੋ ਜਾਂਦੇ ਨੇ, ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ। ਕੁੜੀ ਹਮੇਸ਼ਾ ਥੱਕੀ ਰਹਿੰਦੀ ਹੈ, ਮਾਵਾਂ ਆ ਕੇ ਕਹਿੰਦੀਆਂ ਨੇ ਡਾਕਟਰ ਸਾਹਿਬ ਨਾ ਇਹਦਾ ਸਕੂਲੇ ਮਨ ਰੱਖਦਾ ਹੈ, ਨਾ ਕਾਲਜ 'ਚ ਕੰਮ ਕਰ ਪਾਉਂਦੀ ਹੈ, ਨਾ ਘਰੇ ਆ ਕੇ ਜਰਾ ਵੀ ਕੰਮ ਕਰਦੀ ਹੈ, ਇਹਨੂੰ ਕੀ ਪ੍ਰੋਬਲਮ ਹੈ, ਕੀ ਹੋਇਆ ਇਹਨੂੰ ਪੀਰੀਅਡ ਵੀ ਰੈਗੂਲਰ ਨਹੀਂ ਆਉਂਦੇ। ਇਸ ਤਰੀਕੇ ਦੀ ਦਿੱਕਤਾਂ ਆਉਂਦੀਆਂ ਨੇ। ਇਸ ਤੋਂ ਇਲਾਵਾ ਜਿਹੜੀ ਅਨਕਾਮਨ ਪ੍ਰੋਬਲਮ ਜਿਹਦੇ ਬਾਰੇ ਜਿਹੜੇ ਵੀ ਲੋਕ ਸੁਣ ਰਹੇ ਨੇ ਉਹਨਾਂ ਨੂੰ ਕੈਂਸਰਸ ਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੀ ਕਿ ਗਾਇਨੀ ਦੇ ਕੈਂਸਰ ਕਿਹੋ ਜਿਹੇ ਹੁੰਦੇ ਨੇ ਤੇ ਉਹਦੀ ਆਪਾਂ ਕਿਵੇਂ ਰੋਕਥਾਮ ਕਰੀਏ। ਵਾਕਈ ਮੈਮ ਤੁਸੀਂ ਦੱਸਿਆ ਕਿ ਬਹੁਤ ਸਾਰੀ ਦਿੱਕਤਾਂ ਨੇ ਜਿਨ੍ਹਾਂ ਦੇ ਬਾਰੇ ਔਰਤਾਂ ਗੱਲ ਨਹੀਂ ਕਰਦੀਆਂ। ਹੁਣ ਸਭ ਤੋਂ ਪਹਿਲੇ ਜਿਹੜੀ ਕਾਮਨ ਪ੍ਰੋਬਲਮ ਹੈ ਪੀਰੀਅਡਸ ਦੀ ਹੈ। ਪੀਰੀਅਡਸ ਘੱਟ ਆਣਾ, ਜ਼ਿਆਦਾ ਆਣਾ, ਕਈ ਵਾਰ ਦੇਰ ਨਾ ਆਣਾ, ਉਹਨਾਂ ਨੂੰ ਲੱਗਦਾ ਕਿ ਇਹ ਦਿੱਕਤ ਕੋਈ ਵੱਡੀ ਦਿੱਕਤ ਨਹੀਂ ਹੈ, ਪਰ ਤੁਸੀਂ ਦੱਸੋ ਕਿ ਇਹ ਵੱਡੀ ਦਿੱਕਤ ਬਣ ਸਕਦੀ ਹੈ। ਜੀ ਜ਼ਰੂਰ। ਕਿਸੇ ਵੀ ਔਰਤ ਨੂੰ ਜਿਹੜਾ ਪੀਰੀਅਡ ਹੈਗਾ ਮਾਹਵਾਰੀ ਜਿਹਨੂੰ ਕਹਿੰਦੇ ਆ ਉਹ 21 ਤੋਂ 35 ਦਿਨਾਂ ਦੇ ਵਿੱਚ ਆਉਣਾ ਚਾਹੀਦਾ ਹੈ। ਜੇ ਉਹ ਪੀਰੀਅਡ 21 ਦਿਨਾਂ ਤੋਂ ਪਹਿਲੇ ਆ ਜਾਂਦਾ ਹੈ ਜਾਂ 35 ਦਿਨ ਬਾਅਦ ਆਉਂਦਾ ਹੈ ਉਹ ਪ੍ਰੋਬਲਮ ਹੈ। ਕਦੀ ਕਦਾਈ ਔਰਤਾਂ ਨੂੰ ਪੀਰੀਅਡ ਜਿਹੜੇ ਨੇ ਕਿਸੇ ਨੂੰ 3 ਦਿਨ ਲਾਸਟ ਕਰਦੇ ਨੇ, ਕਿਸੇ ਨੂੰ 4 ਦਿਨ, ਕਿਸੇ ਨੂੰ 5 ਦਿਨ। ਅਗਰ ਕਿਸੇ ਔਰਤ ਨੂੰ ਪੀਰੀਅਡ 8 ਦਿਨਾਂ ਤੋਂ ਵੱਧ ਰਹਿੰਦੇ ਨੇ, ਖੂਨ ਬਹੁਤ ਆਉਂਦਾ ਹੈ, ਬਾਰ-ਬਾਰ ਪੈਡ ਚੇਂਜ ਕਰਨਾ ਪੈਂਦਾ ਹੈ, ਖੂਨ ਦੇ ਕਤਰੇ ਆਉਂਦੇ ਨੇ ਤੇ ਇਹ ਦਿੱਕਤ ਦੀ ਗੱਲ ਹੋ ਸਕਦੀ ਹੈ, ਜਿਹਦੇ ਨਾਲ ਸਾਨੂੰ ਕਈ ਵਾਰ ਅਲਟਰਾਸਾਊਂਡ 'ਚ ਰਸੌਲੀ ਵੀ ਨਾਲ ਮਿਲਦੀ ਹੈਗੀ ਹੈ। ਇਸ ਤੋਂ ਇਲਾਵਾ ਕਦੀ ਕਦਾਈ ਪੀਰੀਅਡ ਘੱਟ ਜਾਂਦੇ ਨੇ, 1-2 ਦਿਨ ਹੀ ਆਉਂਦੇ ਨੇ, ਪੀਰੀਅਡ ਖੁੱਲ ਕੇ ਨਹੀਂ ਆਉਂਦਾ, ਕਾਲਾ ਜਿਹਾ ਦਾਗ ਆਉਂਦਾ ਹੈ, ਕਾਫੀ ਪੇਨ ਹੁੰਦੀ ਹੈ। ਉਹ ਚੀਜ਼ ਵੀ ਹੋ ਸਕਦੀ ਹੈ ਕਿ ਜੇ ਤੁਹਾਨੂੰ ਕੋਈ ਹਾਰਮੋਨਲ ਇੰਬੈਲੈਂਸ ਸ਼ੁਰੂ ਹੋ ਗਿਆ ਹੋਵੇ। ਜੀ ਡਾਕਟਰ ਗੁਰਸਿਮਰਨ ਕੌਰ ਸਾਡੇ ਨਾਲ ਨੇ, ਫੋਰਟਿਸ ਹਸਪੀਟਲ ਲੁਧਿਆਣਾ 'ਚ ਸੇਵਾਵਾਂ ਦੇ ਰਹੇ ਨੇ। ਗਾਇਨੀ ਸੰਬੰਧੀ ਕਈ ਕਾਮਨ ਪ੍ਰੋਬਲਮਸ ਦੇ ਬਾਰੇ ਇਹ ਗੱਲਬਾਤ ਅੱਜ ਕਰ ਰਹੇ ਨੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਦਿੱਕਤ ਹੈ, ਤੁਸੀਂ ਡਾਕਟਰ ਨੂੰ ਚੈੱਕਅਪ ਹੈਲਥ ਇਜ਼ ਵੈਲਥ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਤੇ ਅੱਜ ਔਰਤਾਂ ਦੀ ਗਾਇਨੀ ਸੰਬੰਧੀ ਦਿੱਕਤਾਂ ਬਾਰੇ ਗੱਲਬਾਤ ਅਸੀਂ ਕਰ ਰਹੇ ਹਾਂ। ਡਾਕਟਰ ਗੁਰਸਿਮਰਨ ਕੌਰ ਸਾਡੇ ਨਾਲ ਨੇ। ਡਾਕਟਰ ਸਾਹਿਬ ਗੀਤ ਤੋਂ ਪਹਿਲੇ ਤੁਸੀਂ ਦੱਸਿਆ ਕਿ ਰਸੌਲੀਆਂ ਇਹ ਆਮ ਹੋ ਗਈਆਂ ਨੇ, ਕਿਸੇ ਘਰ ਦੇ ਵਿੱਚ ਕੋਈ ਨਾ ਕੋਈ ਔਰਤ ਏਦਾਂ ਦੀ ਹੁੰਦੀ ਹੈ ਜਿਹਨੂੰ ਰਸੌਲੀ ਦੀ ਪ੍ਰੋਬਲਮ ਦੇਖੀ ਗਈ ਹੈ। ਕਿਉਂ ਹੁੰਦੀਆਂ ਨੇ ਰਸੌਲੀਆਂ, ਕਿਵੇਂ ਪਤਾ ਚੱਲੇਗਾ ਕਿ ਰਸੌਲੀ ਹੋ ਗਈ ਹੈ? ਦੇਖੋ ਜੀ ਇੰਜ ਹੁੰਦਾ ਹੈ, ਔਰਤਾਂ ਦੇ ਅੰਦਰ ਇੱਕ ਬੱਚੇਦਾਨੀ ਹੁੰਦੀ ਹੈ, ਉਹਦੇ ਨਾਲ 2 ਅੰਡੇਦਾਨੀਆਂ ਤੇ 2 ਟਿਊਬਾਂ ਹੁੰਦੀਆਂ ਨੇ। ਹੁਣ ਜਿਹੜੀ ਰਸੌਲੀ ਹੁੰਦੀ ਹੈ ਆਮ ਤੌਰ ਤੇ ਬੱਚੇਦਾਨੀ ਦੇ ਅੰਦਰ ਬਣ ਸਕਦੀ ਹੈ ਜਾਂ ਅੰਡੇਦਾਨੀ 'ਚ ਵੀ ਰਸੌਲੀ ਹੁੰਦੀ ਹੈ ਜਿਹਨੂੰ ਆਪਾਂ ਸਿਸਟ ਕਹਿੰਦੇ ਆ। ਪਹਿਲੇ ਆਪਾਂ ਗੱਲ ਕਰਾਂਗੇ ਬੱਚੇਦਾਨੀ ਦੀ ਰਸੌਲੀ ਦੇ ਬਾਰੇ ਜਿਹਨੂੰ ਆਪਾਂ ਫਾਈਬਰੋਇਡ ਵੀ ਕਹਿੰਦੇ ਆ। ਜੇਕਰ ਅਸੀਂ ਲੈ ਕੇ ਚੱਲੀਏ ਤੇ ਇਹਦਾ
ਇਨਸੀਡੈਂਸ ਵੱਧ ਗਿਆ ਹੈ। ਆਲਮੋਸਟ ਲਾਈਕ 20 ਤੇ 25% ਔਰਤਾਂ 'ਚ ਇਹ ਰਸੌਲੀ ਸਾਨੂੰ ਦੇਖਣ ਨੂੰ ਮਿਲਦੀ ਹੈ। ਕੀ ਇਹ ਰਸੌਲੀ ਬੱਚੇਦਾਨੀ ਦਾ ਕੈਂਸਰ ਹੁੰਦੀ ਹੈ? ਨਹੀਂ, ਇਹ ਬੱਚੇਦਾਨੀ ਦਾ ਕੈਂਸਰ ਨਹੀਂ ਹੁੰਦੀ ਹੈ। ਇਹ ਇੱਕ ਛੋਟਾ ਜਿਹਾ ਟਿਊਮਰ ਹੁੰਦਾ ਹੈ ਜਿਹੜਾ ਕਿ ਕੈਂਸਰ ਨਹੀਂ ਬਣਦਾ ਹੈ। ਔਰ ਅਗਰ ਇਹ ਫਾਈਬਰੋਇਡ ਜਾਂ ਰਸੌਲੀ ਦਾ ਸਾਈਜ਼ 4 ਸੈਂਟੀਮੀਟਰ ਤੋਂ ਥੱਲੇ ਹੈ ਤੇ ਇਹਦਾ ਆਪਰੇਸ਼ਨ ਕਰਾਉਣ ਦੀ ਵੀ ਕੋਈ ਲੋੜ ਨਹੀਂ ਹੈ। ਕਈ ਵਾਰ ਲੇਡੀਜ਼ ਨੂੰ ਨਹੀਂ ਪਤਾ ਲੱਗਦਾ ਰਸੌਲੀ ਹੈਗੀ ਹੈ, ਸਿਰਫ ਉਹਨਾਂ ਦਾ weight ਵਧਣ ਸ਼ੁਰੂ ਹੋ ਜਾਂਦਾ ਹੈ, ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਜਾਂ ਆਫਰਨਾ ਸ਼ੁਰੂ ਹੋ ਜਾਂਦਾ ਹੈ, ਜਾਂ ਕਈ ਵਾਰ ਉਹਨਾਂ ਨੂੰ ਬਾਰ-ਬਾਰ ਪਿਸ਼ਾਬ ਜਾਣਾ ਪੈਂਦਾ ਹੈ ਜਾਂ ਲੈਟਰਿਨ ਕਰਨ 'ਚ ਤਕਲੀਫ ਆਉਂਦੀ ਹੈ, ਜਾਂ ਕਈ ਵਾਰ ਜਦ ਪੀਰੀਅਡ ਆਉਂਦਾ ਹੈ ਤੇ ਮਹੀਨਾ ਬਹੁਤ ਖੁੱਲ ਕੇ ਆਉਂਦਾ ਹੈ, ਬਹੁਤ ਜ਼ਿਆਦਾ ਆਉਂਦਾ ਹੈ ਤੇ ਦਰਦ ਵੀ ਕਾਫੀ ਹੁੰਦੀ ਹੈ ਤੇ ਸਾਨੂੰ ਸਕੈਨ 'ਚ ਪਤਾ ਲੱਗਦਾ ਹੈ ਕਿ ਰਸੌਲੀ ਹੈ। ਅਗਰ ਰਸੌਲੀ ਆਂਦੀ ਹੈ ਔਰ ਅਗਰ ਉਹ ਵੱਡੀ ਹੈ ਤਾਂ ਕਈ ਵਾਰ ਉਹਦਾ ਆਪਰੇਸ਼ਨ ਕਰਨ ਦੀ ਲੋੜ ਪੈਂਦੀ ਹੈ, ਜਿਹੜਾ ਅੱਜਕੱਲ ਦੂਰਬੀਨ ਨਾਲ ਅੱਛੀ ਤਰੀਕੇ ਨਾਲ ਹੋ ਜਾਂਦਾ ਹੈ ਤੇ ਉਹਦੇ ਨਾਲ ਮਰੀਜ਼ ਅਗਲੇ ਦਿਨ ਹੀ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਹਫਤੇ ਦੇ ਦੌਰਾਨ ਹੀ ਮਰੀਜ਼ ਬਿਲਕੁਲ ਆਪਣੀ ਕਿਚਨ ਨੂੰ ਸੰਭਾਲਣ ਜੋਗਾ ਹੋ ਜਾਂਦਾ ਹੈ। ਜੀ ਮੈਮ, ਯੂਰੀਨਰੀ ਇਨਫੈਕਸ਼ਨਸ ਇਹ ਵੀ ਬੜੀ ਕਾਮਨ ਪ੍ਰੋਬਲਮ ਹੈ ਔਰਤਾਂ ਦੇ ਵਿੱਚ, ਇਹ ਕਿਵੇਂ ਹੋ ਜਾਂਦੀਆਂ ਨੇ? ਦੇਖੋ ਜੀ, ਯੂਰੀਨਰੀ ਇਨਫੈਕਸ਼ਨਸ ਹੁੰਦੀਆਂ ਨੇ, ਤੁਹਾਨੂੰ ਪਤਾ ਹੈ ਪਰਮਾਤਮਾ ਨੇ ਜਿਹੜਾ ਔਰਤ ਦਾ ਰਸਤਾ ਬਣਾਇਆ ਹੈ ਥੱਲੇ ਦਾ, ਉਹ ਪਿਸ਼ਾਬ ਦੇ ਰਸਤੇ ਦੇ ਕੋਲ ਹੈਗਾ ਹੈ। ਜੇ ਕੋਈ ਔਰਤ ਪਾਣੀ ਘੱਟ ਪੀਂਦੀ ਹੈ, ਬਾਰ-ਬਾਰ ਯੂਰਿਨ ਆਪਣਾ ਹੋਲਡ ਕਰਦੀ ਹੈ, ਪਿਸ਼ਾਬ ਕਰਨ ਨਹੀਂ ਜਾਂਦੀ, ਕਈ ਵਾਰ ਸੋਚਦੇ ਕਿਚਨ 'ਚ ਇਹ ਕੰਮ ਕਰ ਲਈਏ ਜਾਂ ਕਈ ਵਾਰ ਇਹ ਦੂਜਾ ਕੰਮ ਕਰ ਲਈਏ ਫਿਰ ਬਾਥਰੂਮ ਜਾਵਾਂਗੇ, ਜਦ ਤੁਸੀਂ ਬਹੁਤ ਟਾਈਮ ਪਿਸ਼ਾਬ ਰੋਕ ਕੇ ਰੱਖਦੇ ਹੋ ਤੇ ਤੁਹਾਡੀ ਬਲੈਡਰ ਮਸਲਸ ਵੀਕ ਹੋ ਜਾਂਦੀਆਂ ਨੇ, ਪਿਸ਼ਾਬ ਦੀ ਥੈਲੀ ਦੀ ਮਸਲਸ ਵੀਕ ਹੋ ਜਾਂਦੀਆਂ ਨੇ, ਤੁਸੀਂ ਪ੍ਰੋਪਰਲੀ ਪਿਸ਼ਾਬ ਕਲੀਅਰ ਆਊਟ ਨਹੀਂ ਕਰ ਪਾਉਂਦੇ, ਉਹਦੇ ਅੰਦਰ ਵੀ ਇਨਫੈਕਸ਼ਨ ਹੋ ਜਾਂਦੀ ਹੈ। ਕਈ ਵਾਰ ਸ਼ੂਗਰ ਦੇ ਮਰੀਜ਼ਾਂ ਨੂੰ ਬਾਰ-ਬਾਰ ਇਨਫੈਕਸ਼ਨ ਹੁੰਦੀ ਹੈ ਜਾਂ ਕਈ ਵਾਰ ਥੱਲੋਂ ਦੀ ਗੰਦਾ ਪਾਣੀ ਆਉਂਦਾ ਹੈ, ਉਹ ਬਾਰ-ਬਾਰ ਇਨਫੈਕਟ ਕਰ ਸਕਦਾ ਹੈ ਤੇ ਇਸ ਲਈ ਯੂਰਿਨ ਇਨਫੈਕਸ਼ਨ ਨੂੰ ਟ੍ਰੀਟ ਕਰਨਾ, ਜੇ ਪਿਸ਼ਾਬ 'ਚ ਜਲਨ ਹੋ ਰਹੀ ਹੈ, ਤੁਪਕਾ ਪਿਸ਼ਾਬ ਆ ਰਿਹਾ ਹੈ ਜਾਂ ਖੁੱਲ ਕੇ ਪਿਸ਼ਾਬ ਨਹੀਂ ਹੋ ਪਾ ਰਿਹਾ, ਤੁਹਾਨੂੰ ਲੱਗ ਰਿਹਾ ਤੁਹਾਨੂੰ ਜ਼ੋਰ ਲਾਣਾ ਪੈ ਰਿਹਾ ਹੈ ਜਾਂ ਬਾਰ-ਬਾਰ ਤੁਹਾਨੂੰ ਪਿਸ਼ਾਬ ਕਰਨ ਦੇ ਬਾਅਦ ਵੀ ਲੱਗ ਰਿਹਾ ਕਿ ਦੁਬਾਰਾ ਬਾਥਰੂਮ ਜਾਣਾ ਪਏਗਾ, ਇਹ ਸਭ ਯੂਰਿਨਰੀ ਇਨਫੈਕਸ਼ਨਸ ਦੇ ਸਿੰਪਟਮ ਹੈਗੇ ਨੇ ਜਿਹੜੇ ਤੁਹਾਨੂੰ ਡਾਕਟਰ ਨੂੰ ਦੱਸਣੇ ਚਾਹੀਦੇ ਨੇ। ਫਿਰ ਡਾਕਟਰ ਤੁਹਾਡਾ ਇੱਕ ਅਲਟਰਾਸਾਊਂਡ ਔਰ ਇੱਕ ਪਿਸ਼ਾਬ ਦਾ ਟੈਸਟ ਕਰਾ ਕੇ ਦੇਖਣਗੇ। ਜੀ ਮੈਮ, ਲਕੋਰੀਆ ਦੀ ਗੱਲ ਕੀਤੀ ਸੀ ਤੁਸੀਂ, ਇਹ ਕਿਸ ਤਰ੍ਹਾਂ ਦੀ ਦਿੱਕਤ ਹੈ? ਇਹ ਕਿਵੇਂ ਔਰਤਾਂ ਨੂੰ ਲੱਗ ਸਕਦੀ ਹੈ? ਲੂਕੋਰੀਆ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਕਿ ਬੱਚੇਦਾਨੀ ਦੇ ਥੱਲੋਂ ਦੀ ਗੰਦਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਹੈ। ਇਹ ਪਾਣੀ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ, ਜਿਵੇਂ ਦਹੀਂ ਦੀ ਤਰ੍ਹਾਂ ਫਟਿਆ ਪਾਣੀ ਹੋਵੇ, ਜਿਹਨੂੰ ਆਪਾਂ ਕੈਂਡੀਡਲ ਇਨਫੈਕਸ਼ਨ ਕਹਿੰਦੇ ਆ ਮੈਡੀਕਲ ਟਰਮੀਨੋਲੋਜੀ 'ਚ, ਜਾਂ ਕਈ ਵਾਰ ਹਰਾ ਜਿਹਾ ਪਾਣੀ ਆਵੇ ਜਿਹਨੂੰ ਟ੍ਰਾਈਕੋਮੋਨਸ ਵੈਜੀਨਾਈਟਿਸ ਕਹਿੰਦੇ ਆ, ਜਾਂ ਕਈ ਵਾਰ ਚਿੱਟਾ ਦੁੱਧ ਵਰਗਾ ਪਾਣੀ ਆਵੇ ਔਰ ਉਹਦੇ ਅੰਦਰ ਸਮੈਲ ਆਵੇ, ਉਹਨੂੰ ਆਪਾਂ ਬੈਕਟੀਰੀਅਲ ਵੈਜੀਨੋਸਿਸ ਕਹਿੰਦੇ ਆ ਤੇ ਬਹੁਤ ਸਾਰੇ ਡਿਸਚਾਰजेस ਹੁੰਦੇ ਨੇ। ਇਹ ਬੇਸਿਕਲੀ ਜਦ ਔਰਤਾਂ ਆਪਣੀ ਗ੍ਰਸਤੀ 'ਚ ਆਉਂਦੀਆਂ ਨੇ, ਆਪਣੇ ਆਦਮੀ ਨਾਲ ਮਿਲਣਾ ਸ਼ੁਰੂ ਕਰਦੀਆਂ ਨੇ, ਤਾਂ ਸੈਕਸ਼ੂਅਲ ਇਨਫੈਕਸ਼ਨਸ ਹੁੰਦੀਆਂ ਨੇ ਜਿਹੜੀਆਂ ਹੋ ਸਕਦੀਆਂ ਨੇ। ਗੱਲਬਾਤ ਚੱਲ ਰਹੀ ਹੈ ਔਰਤਾਂ ਦੀ ਕਾਮਨ ਗਾਇਨੀ ਪ੍ਰੋਬਲਮਸ ਦੇ ਬਾਰੇ। ਬਹੁਤ ਵਧੀਆ ਜਾਣਕਾਰੀ ਡਾਕਟਰ ਗੁਰਸਿਮਰਨ ਕੌਰ ਸਾਨੂੰ ਦੇ ਰਹੇ ਨੇ। ਗੱਲਬਾਤ ਜਾਰੀ ਰਹੀ। ਔਰਤਾਂ ਦੀ ਸਰੀਰਕ ਸੰਬੰਧੀ ਜੋ ਦਿੱਕਤਾਂ ਹੁੰਦੀਆਂ ਨੇ ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਗੁਰਸਿਮਰਨ ਕੌਰ ਹੋਰਾਂ ਦੇ ਨਾਲ। ਹੈਲਥ ਇਜ਼ ਵੈਲਥ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ। ਡਾਕਟਰ ਸਾਹਿਬ, ਤੁਸੀਂ ਦੱਸਿਆ ਸੀ ਕਿ ਸਿਸਟ ਇੱਕ ਆਮ ਪ੍ਰੋਬਲਮ ਹੋ ਗਈ ਹੈ। ਅੰਡੇਦਾਨੀ ਦੇ ਵਿੱਚ ਵੀ ਸਿਸਟ ਹੋ ਸਕਦੀ ਹੈ, ਬੱਚੇਦਾਨੀ ਦੇ ਵਿੱਚ ਵੀ ਸਿਸਟ ਹੋ ਸਕਦੀ ਹੈ। ਦੱਸੋ ਕਿ ਕਿਸ ਤਰ੍ਹਾਂ ਇਸ ਸਿਸਟ ਦਾ ਪਤਾ ਲੱਗੇਗਾ, ਕਿਵੇਂ ਇੱਕ ਔਰਤ ਨੂੰ ਪਤਾ ਲੱਗੇਗਾ ਕਿ ਇਸ ਸਿਸਟ ਦਾ ਇਲਾਜ ਕਰਾਉਣਾ ਜ਼ਰੂਰੀ ਹੈ? ਅੰਡੇਦਾਨੀਆਂ ਜਿਹੜੀਆਂ ਹੁੰਦੀਆਂ ਨੇ ਕਈ ਵਾਰ ਉਹਨਾਂ ਵਿੱਚ ਵੀ ਸਿਸਟ ਬਣ ਜਾਂਦੀ ਹੈ। ਇਹ ਸਿਸਟ ਬਹੁਤ ਤਰੀਕੇ ਦੇ ਹੁੰਦੇ ਨੇ। ਪਾਣੀ ਵਾਲੀ ਸਿਸਟ ਹੋ ਸਕਦੀ ਹੈ ਜਿਹਨੂੰ ਆਪਾਂ ਸਿੰਪਲ ਸਿਸਟ ਕਹੀਦਾ ਹੈ, ਖੂਨ ਦੀ ਸਿਸਟ ਹੋ ਸਕਦੀ ਹੈ ਜਿਹਨੂੰ ਆਪਾਂ ਹੈਮਰੇਜਿਕ ਸਿਸਟ ਕਹੀਦਾ ਹੈ। ਕਈ ਵਾਰ ਜਿਹੜੀ ਸਿਸਟ ਹੁੰਦੀ ਹੈ ਐਂਡੋਮੈਟ੍ਰਿਓਟਿਕ ਹੁੰਦੀ ਹੈ, ਜਿਸ ਦੇ ਅੰਦਰ ਮੈਂਸਸ ਦਾ ਬਲੱਡ ਜੰਮਿਆ ਹੁੰਦਾ ਹੈ, ਉਹਨੂੰ ਆਪਾਂ ਐਂਡੋਮੈਟ੍ਰਿਓਟਿਕ ਸਿਸਟ ਕਹੀਦਾ ਹੈ। ਕਈ ਵਾਰ ਇਹ ਸਿਸਟ ਕੈਂਸਰ ਦਾ ਖਤਰਾ ਵੀ ਹੋ ਸਕਦੀ ਹੈ, ਜਿਹਨੂੰ ਆਪਾਂ ਕੰਪਲੈਕਸ ਸਿਸਟ ਕਹੀਦਾ ਹੈ। ਆਮ ਤੌਰ ਤੇ ਸਿਸਟ ਕਦੀ-ਕਦਾਈ ਨਹੀਂ ਨੋਟਿਸ ਹੁੰਦੀ ਹੈ। ਕਈ ਵਾਰ ਜਸਟ weight ਵੱਧਦਾ ਹੈ ਜਾਂ ਪੇਟ ਫੁੱਲਦਾ ਹੈ ਤਾਂ ਔਰਤ ਨੂੰ ਸਿਸਟ ਦਾ ਪਤਾ ਲੱਗਦਾ ਹੈ। ਕਈ ਵਾਰ ਪੀਰੀਅਡ ਇਰੈਗੂਲਰ ਆਉਂਦੇ ਨੇ, ਹਰ 15 ਦਿਨ ਬਾਅਦ ਪੀਰੀਅਡ ਆਣਾ ਸ਼ੁਰੂ ਹੋ ਜਾਵੇ, ਜਾਂ ਕਈ ਵਾਰ ਤੁਹਾਨੂੰ ਲੱਗੇ ਕਿ ਬਲੀਡਿੰਗ ਤੁਹਾਨੂੰ ਪ੍ਰੋਪਰ ਨਹੀਂ ਆ ਰਹੀ ਹੈ, ਮੈਂਸਸ ਇਰੈਗੂਲਰ ਹੋ ਗਏ ਨੇ, ਤਾਂ ਇਹ ਸਿਸਟ ਦਾ ਪਤਾ ਲੱਗ ਸਕਦਾ ਹੈ। ਕਈ ਵਾਰ ਦਰਦ ਹੁੰਦੀ ਹੈ। ਜੇ ਸਿਸਟ ਦਾ ਸਾਈਜ਼ 5-6 ਸੈਂਟੀਮੀਟਰ ਤੋਂ ਉੱਪਰ ਚੱਲਦਾ ਹੈ ਤੇ ਕਈ ਵਾਰ ਇਹਦੇ ਅੰਦਰ ਸਾਨੂੰ ਆਪਰੇਸ਼ਨ ਕਰਨਾ ਪੈਂਦਾ ਹੈ, ਕਿਉਂਕਿ ਸਿਸਟ ਕਈ ਵਾਰ ਫਟ ਵੀ ਸਕਦੀ ਹੈ ਅੰਦਰ, ਜਾਂ ਕਈ ਵਾਰ ਉਹ ਮੁੜ ਸਕਦੀ ਹੈ। ਮੁੜਨ ਨਾਲ ਅੰਡੇਦਾਨੀ ਖਰਾਬ ਹੋ ਸਕਦੀ ਹੈ ਤੇ ਇਹਨੂੰ ਆਪਾਂ ਟੋਰਸ਼ਨ ਕਹੀਦਾ ਹੈ। ਤੇ ਇਹ ਡਿਫਰੈਂਟ ਤਰ੍ਹਾਂ ਦੇ ਸਿਸਟ ਹੁੰਦੀ ਹੈ। ਪਰ ਅਗਰ ਸਿਸਟ ਦਾ ਪਹਿਲੇ ਪਤਾ ਲੱਗ ਜਾਵੇ 4 ਸੈਂਟੀਮੀਟਰ ਤੋਂ ਪਹਿਲੇ, ਤੇ ਆਪਾਂ ਇਹ ਦਵਾਈ ਦੇ ਕੇ ਇਹਨੂੰ ਸਿਸਟ ਨੂੰ ਖੋਰ ਵੀ ਸਕਦੇ ਹਾਂ ਤਾਂ ਕਿ ਆਪਰੇਸ਼ਨ ਦੀ ਨੌਬਤ ਨਾ ਪਏ। ਤੇ ਇਸ ਲਈ ਬੜਾ ਜ਼ਰੂਰੀ ਹੈ ਕਿ ਜੇ ਤੁਹਾਨੂੰ ਥੋੜੇ ਬਹੁਤੇ ਵੀ ਸਿੰਪਟਮਸ ਹੋਣ, ਦਰਦ ਹੋਵੇ, ਆਦਮੀ ਨਾਲ ਮਿਲਦੇ ਹੋਵੇ ਤਕਲੀਫ ਹੋਵੇ, ਜਾਂ ਤੁਹਾਨੂੰ ਥੋੜਾ ਮੱਠਾ ਦਰਦ ਥੱਲੇ ਦੇ ਪੇਡੂ 'ਚ ਰਹਿੰਦਾ ਹੋਵੇ, ਤੇ ਆਪਣਾ ਅਲਟਰਾਸਾਊਂਡ ਕਰਾ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਕਿਤੇ ਕੋਈ ਸਿਸਟ ਤੇ ਨਹੀਂ ਬਣ ਰਹੀ ਹੈ। ਬਿਲਕੁਲ ਸਾਥੀਓ, ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਗਾਇਨੀ ਸੰਬੰਧੀ ਤਾਂ ਖਾਸ ਕਰ ਔਰਤਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ। ਡਾਕਟਰ ਦੇ ਨਾਲ ਗੱਲ ਕਰਦੇ ਹੋਏ ਬਿਲਕੁਲ ਝਿਜਕਣਾ ਨਹੀਂ ਚਾਹੀਦਾ। ਡਾਕਟਰ ਸਾਹਿਬ, ਹੁਣ ਦੇਖਿਆ ਗਿਆ, ਤੁਸੀਂ ਦੱਸਦੇ ਹੋ ਕਿ ਵਿਆਹ ਤੋਂ ਬਾਅਦ ਔਰਤਾਂ ਨੂੰ ਬਹੁਤ ਸਾਰੀ ਦਿੱਕਤਾਂ ਆ ਜਾਂਦੀਆਂ ਨੇ। ਹੁਣ ਗੱਲ ਕਰਦੇ ਹਾਂ ਕਿ ਕਈ ਪ੍ਰੋਬਲਮਸ ਜਵਾਨ ਲੜਕੀਆਂ ਦੇ ਵਿੱਚ
ਪਾਈਆਂ ਜਾਂਦੀਆਂ ਨੇ, ਜਿੱਦਾਂ PCOS ਦੀ ਹੋਗੀ, PCOD ਦੀ ਹੋਗੀ, ਇਹ ਦਿੱਕਤਾਂ ਬਹੁਤ ਵੱਧ ਰਹੀਆਂ ਨੇ। ਕਿਉਂ ਵੱਧ ਰਹੀਆਂ ਨੇ, ਕੀ ਹੈ ਇਹ ਦਿੱਕਤ? ਅੱਜ ਕੱਲ ਦੇਖੋ ਇਹ PCOD ਦੀ ਪ੍ਰੋਬਲਮ ਕਿਉਂ ਵੱਧ ਰਹੀ ਹੈ? ਬਹੁਤ ਸਾਰੀਆਂ ਹੁਣ ਫੈਮਲੀਜ਼ ਹੈਗੀਆਂ, ਛੋਟੀਆਂ ਨੇ, ਨਿਊਕਲੀਅਰ ਫੈਮਲੀਜ਼ ਹੈਗੀਆਂ ਨੇ, ਕੁੜੀਆਂ ਸਕੂਲੋਂ ਆਉਂਦੀਆਂ ਨੇ, ਬੈੱਡ ਤੇ ਲੰਮੇ ਪੈ ਜਾਂਦੀਆਂ ਨੇ, ਮਾਵਾਂ ਫਿਰ ਖਾਣਾ ਉਹਨਾਂ ਨੂੰ ਬੈੱਡ ਤੇ ਹੀ ਦਿੰਦੀਆਂ ਨੇ, ਤੇ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਰਹਿ ਗਈ। ਆਂਦੇ ਉਹ TV ਔਨ ਕਰ ਲੈਂਦੇ ਨੇ ਜਾਂ ਆਪਣਾ ਫੋਨ ਤੇ YouTube ਦੇਖਣਾ ਜਾਂ ਗਾਣੇ ਸੁਣਨਾ ਸ਼ੁਰੂ ਕਰ ਦਿੰਦੀਆਂ ਨੇ। ਔਰ ਖਾਣਾ ਵੀ ਸਾਡਾ ਬਹੁਤ ਖਰਾਬ ਹੋ ਚੁੱਕਿਆ ਹੈ। ਖਾਣੇ ਦੇ ਅੰਦਰ ਸਾਡਾ ਪ੍ਰੋਟੀਨ ਨਹੀਂ ਜਾ ਰਿਹਾ, ਫਰੈਸ਼ ਫਰੂਟਸ ਵੈਜੀਟੇਬਲ ਨਹੀਂ ਜਾ ਰਹੇ, ਪੀਜ਼ਾ ਆ ਗਿਆ, ਪਾਸਤਾ ਆ ਗਿਆ, ਚਾਈਨੀਜ਼ ਆ ਗਿਆ, ਕੋਕਾ ਕੋਲਾ ਹੋ ਗਈ। ਇਹ ਸਾਰਾ ਜਿਹੜਾ ਖਾਣਾ ਹੈ ਇਹ ਐਕਸੈਸ ਕਾਰਬੋਹਾਈਡਰੇਟ ਫੈਟ 'ਚ ਕਨਵਰਟ ਹੋ ਰਿਹਾ ਹੈ ਤੇ ਇਨਸੂਲਿਨ ਰੈਜ਼ਿਸਟੈਂਸ ਵੱਧ ਰਹੀ ਹੈ, ਜਿਹਦੇ ਕਾਰਨ ਲੇਡੀ ਦਾ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ, ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ, ਪੀਰੀਅਡ ਇਰੈਗੂਲਰ ਹੋ ਜਾਂਦੇ ਨੇ। ਕਈ ਕੁੜੀਆਂ ਨੂੰ 2-2 3-3 ਮਹੀਨੇ ਪੀਰੀਅਡ ਨਹੀਂ ਆਉਂਦੇ, ਫੇਸ ਤੇ ਐਕਨੇ ਬਣਨੇ ਸ਼ੁਰੂ ਹੋ ਜਾਂਦੇ ਨੇ, ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਸਰੀਰ ਹਮੇਸ਼ਾ ਥੱਕਿਆ ਟੁੱਟਿਆ ਰਹਿੰਦਾ ਹੈ, ਕੰਮ ਕਰਨ ਦਾ ਮਨ ਨਹੀਂ ਕਰਦਾ। ਇਹ ਪ੍ਰੋਬਲਮ ਲਾਈਫਸਟਾਈਲ ਮੋਡੀਫਿਕੇਸ਼ਨ ਜਦ ਤੱਕ ਨਹੀਂ ਹੋਏਗੀ, ਜਦ ਤੱਕ ਕੁੜੀਆਂ ਘੱਟੋ ਘੱਟ ਅੱਧਾ ਘੰਟਾ ਐਕਸਰਸਾਈਜ਼ ਦੀਆਂ ਨਹੀਂ ਕੱਢਣਗੀਆਂ, ਆਪਣਾ ਖਾਣਾ ਪੀਣਾ ਨਹੀਂ ਠੀਕ ਕਰਨਗੀਆਂ, ਤਦ ਤੱਕ ਇਹ PCOD ਦੀ ਪ੍ਰੋਬਲਮ ਰਹੇਗੀ। ਔਰ ਕਈ ਵਾਰ ਇਹ PCOD ਦੀ ਪ੍ਰੋਬਲਮ ਜੇ ਵੱਧ ਜਾਂਦੀ ਹੈ ਤੇ ਫਿਰ ਬੱਚਾ ਲੈਣ 'ਚ ਵੀ ਪ੍ਰੋਬਲਮ ਹੁੰਦੀ ਹੈ। PCOS ਜਾਂ PCOD ਦੀ ਪ੍ਰੋਬਲਮ ਹੋਵੇ ਤਾਂ ਫਰਟੀਲਿਟੀ ਸੰਬੰਧੀ ਦਿੱਕਤਾਂ ਵੀ ਆ ਸਕਦੀਆਂ ਨੇ। ਡਾਕਟਰ ਸਾਹਿਬ ਦੱਸ ਰਹੇ ਨੇ ਸਾਨੂੰ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਜੀਵਨ ਸ਼ੈਲੀ ਨਾਲ ਜੁੜੀ ਹੋਈ ਇਹ ਪ੍ਰੋਬਲਮ ਹੈ, ਕੀ ਇਹਨੂੰ ਬਿਨਾਂ ਦਵਾਈਆਂ ਤੋਂ ਠੀਕ ਕੀਤਾ ਜਾ ਸਕਦਾ ਹੈ? ਅਸੀਂ ਇਹ PCOD ਨੂੰ ਦਵਾਈਆਂ ਦਿੰਦੇ ਆ, ਪਰ ਉਹ ਟੈਂਪਰੇਰੀ ਹੁੰਦਾ ਹੈ। ਜਦ ਤੱਕ ਵੀ ਲੇਡੀ ਆਪਣਾ ਖਾਣਾ ਪੀਣਾ, ਆਪਣੀ ਐਕਸਰਸਾਈਜ਼ ਵਾਸਤੇ ਟਾਈਮ ਨਹੀਂ ਕੱਢੇਗੀ, ਤਦ ਤੱਕ ਇਹ ਠੀਕ ਨਹੀਂ ਹੁੰਦੀ ਹੈ। ਖਾਣ ਪੀਣ 'ਚ ਵੀ ਬੜਾ ਜ਼ਰੂਰੀ ਹੈ ਕਿ ਉਹ ਫਰੈਸ਼ ਫਰੂਟਸ ਵੈਜੀਟੇਬਲ ਉੱਤੇ ਖਾਣਾ ਪੀਣਾ ਜਿਹੜਾ ਹੈ, ਜ਼ਿਆਦਾ ਪ੍ਰੋਟੀਨ, ਜਿਵੇਂ ਜੋ ਵੈਜੀਟੇਰੀਅਨ ਹੈ ਉਹਨਾਂ ਨੂੰ ਪਨੀਰ ਹੋ ਗਿਆ, ਸੋਇਆਬੀਨ ਹੋ ਗਏ, ਮਸ਼ਰੂਮ ਹੋ ਗਏ, ਦਾਲਾਂ ਹੋ ਗਈਆਂ, ਬੇਸਨ ਹੋ ਗਿਆ, ਕਾਲੇ ਚਨੇ ਹੋ ਗਏ, ਇਹ ਚੀਜ਼ਾਂ ਜ਼ਿਆਦਾ ਵਰਤੋਂ ਲਿਆਣੀ ਚਾਹੀਦੇ ਨੇ, ਰੈਦਰ ਦੈਨ ਕਿ ਪੂੜੀਆਂ ਬਣਾ ਲਓ, ਭਟੂਰੇ ਖਾ ਲਓ, ਸਮੋਸੇ ਲੈ ਲਓ। ਇਹ ਚੀਜ਼ਾਂ ਨਾਲ ਜੇ ਪਰਹੇਜ਼ ਰੱਖਦੇ ਨੇ, ਖਾਣਾ ਪੀਣਾ ਆਪਣਾ ਵਧੀਆ ਕਰਦੇ ਨੇ, ਤਾਂ ਇਹ ਪ੍ਰੋਬਲਮ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਡਾਕਟਰ ਸਾਹਿਬ, ਇੱਕ ਗੱਲ ਤਾਂ ਹੈ ਕਿ ਔਰਤਾਂ ਸਭ ਦਾ ਧਿਆਨ ਤਾਂ ਹੀ ਰੱਖ ਸਕਦੀਆਂ ਨੇ ਜੇਕਰ ਆਪਣਾ ਧਿਆਨ ਰੱਖਣਗੀਆਂ। ਬਹੁਤ ਵਧੀਆ ਜਾਣਕਾਰੀ ਇਸ ਵੇਲੇ ਡਾਕਟਰ ਸਾਹਿਬ ਤੁਸੀਂ ਦੇ ਰਹੇ ਹੋ। ਗੀਤ ਤੋਂ ਬਾਅਦ ਹੋਰ ਜਾਣਕਾਰੀ ਤੁਹਾਡੇ ਤੋਂ। ਹੈਲਥ ਇਜ਼ ਵੈਲਥ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ, ਆਕਾਸ਼ਵਾਣੀ ਲੁਧਿਆਣਾ ਤੇ ਡਾਕਟਰ ਗੁਰਸਿਮਰਨ ਕੌਰ ਸਾਡੇ ਨਾਲ ਨੇ। ਡਾਕਟਰ ਸਾਹਿਬ, ਤੁਸੀਂ ਬਹੁਤ ਸਾਰੀ ਦਿੱਕਤਾਂ ਦਸੀਆਂ ਜੋ ਔਰਤਾਂ ਨੂੰ ਹੁੰਦੀਆਂ ਨੇ। ਹੁਣ ਗੱਲ ਕਰਦੇ ਹਾਂ ਸਰਵਾਈਕਲ ਕੈਂਸਰ। ਇਹ ਵੈਸੇ ਕਾਮਨ ਤਾਂ ਨਹੀਂ ਹੈ, ਪਰ ਦੇਖਿਆ ਗਿਆ ਅੱਜਕੱਲ ਇਹ ਵੀ ਵੱਧ ਰਿਹਾ ਹੈ। ਇਸ ਦਾ ਟੈਸਟ ਕਿੱਦਾਂ ਕਰਾਉਣਾ ਚਾਹੀਦਾ? ਕਿਵੇਂ ਪਤਾ ਚੱਲੇਗਾ ਕਿ ਇੱਕ ਸਰਵਾਈਕਲ ਕੈਂਸਰ ਦੇ ਵਿੱਚ ਔਰਤ ਫਸ ਚੁੱਕੀ ਹੈ ਜਾਂ ਉਹਨੂੰ ਹੋ ਚੁੱਕਿਆ ਹੈ ਸਰਵਾਈਕਲ ਕੈਂਸਰ? ਜਿਹੜਾ ਸਰਵਾਈਕਲ ਕੈਂਸਰ ਹੁੰਦਾ ਹੈ ਉਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ ਹੈ। ਇਹ ਕੈਂਸਰ ਬੜਾ ਸਲੋ ਗਰੋਇੰਗ ਹੁੰਦਾ ਹੈ, ਇੱਕੋ ਦਮ ਨਹੀਂ ਬਣਦਾ। ਔਰਤ ਕੋ ਟਾਈਮ ਹੁੰਦਾ ਹੈ, ਡਾਕਟਰ ਕੋ ਟਾਈਮ ਹੁੰਦਾ ਹੈ ਕਿ ਇਹ ਕੈਂਸਰ ਨੂੰ ਪਹਿਲੇ ਡਿਟੈਕਟ ਕੀਤਾ ਜਾ ਸਕੇ। ਇਹਦੇ ਵਾਸਤੇ ਇੱਕ ਟੈਸਟ ਬੜਾ ਜ਼ਰੂਰੀ ਹੈ ਜਿਹਨੂੰ ਆਪਾਂ ਪੈਪਸਮੀਅਰ ਟੈਸਟ ਕਹਿੰਦੇ ਆ। ਇਹਦੇ ਅੰਦਰ ਅਸੀਂ ਔਰਤ ਨੂੰ ਥੱਲੇ ਦੇ ਰਸਤੇ ਬੱਚੇਦਾਨੀ ਦੇ ਮੂੰਹ ਦੇ ਉੱਤੇ ਇੱਕ ਬ੍ਰਸ਼ ਨਾਲ ਸੈਲਸ ਲੈਂਦੇ ਆ। ਇਹਦੇ ਅੰਦਰ ਕੋਈ ਤਕਲੀਫ, ਕਿਸੇ ਤਰ੍ਹਾਂ ਦੀ ਕੋਈ ਕੱਟ ਵੱਡ ਨਹੀਂ ਹੁੰਦਾ ਹੈ ਤੇ ਇਹ OPD ਬੇਸ ਤੇ ਟੈਸਟ ਹੁੰਦਾ ਹੈ। ਇਹਨੂੰ ਕਰਨ 'ਚ ਮਸਾਂ ਹੀ 30 ਸੈਕਿੰਡ ਤੋਂ 1 ਮਿੰਟ ਦਾ ਟਾਈਮ ਲੱਗਦਾ ਹੈ, ਪਰ ਇਹ ਔਰਤ ਦੀ ਜਾਨ ਨੂੰ ਬਚਾਉਂਦਾ ਹੈ। ਜਿਵੇਂ ਬਾਕੀ ਕੰਟਰੀਜ਼ ਹੈ, ਜੇਕਰ ਮੈਂ ਜ਼ਿਕਰ ਕਰਾਂ ਕੈਨੇਡਾ ਦਾ, ਤੇ ਉਹਨਾਂ ਨੇ ਆਪਣਾ ਸਰਵਾਈਕਲ ਕੈਂਸਰ ਦਾ ਰਿਸਕ ਇਹ ਟੈਸਟ ਨਾਲ 40% ਤੋਂ ਲਿਆ ਕੇ 13% ਕਰਤਾ ਹੈ। ਜੇਕਰ ਸਾਡੇ ਪੰਜਾਬ ਦੀਆਂ ਔਰਤਾਂ ਜਾਗਰੂਕ ਹੋ ਜਾਣ ਇਹ ਟੈਸਟ ਪਿੱਛੇ, ਤੇ ਪੰਜਾਬ 'ਚ ਇਹ ਟੈਸਟ ਨਾਲ ਬਹੁਤ ਜ਼ਿਆਦਾ ਸਰਵਾਈਕਲ ਕੈਂਸਰ ਦੀ ਕਮੀ ਆ ਸਕਦੀ ਹੈ। ਬਹੁਤ ਸਾਰੀ ਲੇਡੀਜ਼ ਮੇਰੇ ਕੋਲ ਸਟੇਜ 3 'ਚ ਆਉਂਦੀਆਂ ਨੇ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਫੈਲ ਚੁੱਕਿਆ ਹੁੰਦਾ ਹੈ, ਪਿਸ਼ਾਬ ਲੈਟਰਿਨ ਦੇ ਰਸਤੇ 'ਚ ਚਲਿਆ ਜਾ ਚੁੱਕਿਆ ਹੁੰਦਾ ਹੈ, ਪਸ ਪਈ ਹੁੰਦੀ ਹੈ, ਥੱਲੋਂ ਦੀ ਬਦਬੂ ਆ ਰਹੀ ਹੁੰਦੀ ਹੈ। ਤੇ ਇਹ ਵਾਲੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਇਹ ਠੀਕ ਹੋ ਸਕਦੀ ਸੀ ਜੇ ਉਹ ਲੇਡੀ ਪਹਿਲੀ ਸਟੇਜ 'ਚ ਆ ਜਾਂਦੀ ਤੇ ਅਸੀਂ ਬੱਚੇਦਾਨੀ ਨੂੰ ਕੱਢ ਕੇ ਕੈਂਸਰ ਨੂੰ ਖਤਮ ਕਰ ਸਕਦੇ ਸੀ। ਪਰ ਕਿਉਂਕਿ ਉਹ ਲੇਡੀ ਲੇ ਸਟੇਜ 'ਚ ਆਉਂਦੀ ਹੈ, ਜਦ ਸਾਡੇ ਕੋਲ ਸਰਜਰੀ ਦੀ ਆਪਸ਼ਨ ਨਹੀਂ ਬਚਦੀ, ਫਿਰ ਅਸੀਂ ਕੀਮੋ ਜਾਂ ਰੇਡੀਓਥੈਰੇਪੀ ਕਰਨੀ ਪੈਂਦੀ ਹੈ। ਤੇ ਇਸ ਪ੍ਰੋਗਰਾਮ ਰਾਹੀਂ ਮੈਂ ਸਾਰੀ ਔਰਤਾਂ ਨੂੰ ਇਹ ਦਰਖਾਸਤ ਕਰਾਂਗੀ ਕਿ ਜਿਹੜੇ ਵੀ ਲੋਕ ਇਹ ਪ੍ਰੋਗਰਾਮ ਨੂੰ ਸੁਣ ਰਹੇ ਨੇ ਉਹ ਆਪਣਾ ਪੈਪਸਮੀਅਰ ਟੈਸਟ ਜ਼ਰੂਰ ਕਰਵਾਉਣ। ਇਹ ਟੈਸਟ ਨਾਲ ਅਸੀਂ ਬਹੁਤ ਸਾਰੀ ਔਰਤਾਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਜਦੋਂ ਗਾਇਨੀ ਸੰਬੰਧੀ ਕੋਈ ਵੀ ਦਿੱਕਤ ਇੱਕ ਔਰਤ ਨੂੰ ਹੁੰਦੀ ਹੈ, ਉਸਦੇ ਮੂਡ ਦੇ ਉੱਤੇ ਵੀ ਬੜਾ ਇਫੈਕਟ ਪੈਂਦਾ ਹੈ। ਉਸਦਾ ਖੁਸ਼ ਹੋਣਾ, ਦੁਖੀ ਹੋਣਾ, ਉਸਦੇ ਮੂਡ ਸਵਿੰਗਸ ਦਾ ਹੋਣਾ, ਮੈਨੂੰ ਲੱਗਦਾ ਹੈ ਕਿ ਗਾਇਨੀ ਸੰਬੰਧੀ ਦਿੱਕਤਾਂ ਜਿਹੜੀਆਂ ਹੈ ਉਹਨੂੰ ਪ੍ਰਭਾਵਿਤ ਕਰਦੀਆਂ ਨੇ। ਹੁਣ ਗੱਲ ਕਰਦੇ ਮੀਨੋਪੌਜ਼ ਦੀ। ਮੰਨ ਲਓ ਪੀਰੀਅਡਸ ਹਟ ਗਏ ਨੇ ਤੇ ਉਸ ਤੋਂ ਬਾਅਦ ਵੀ ਕਈ ਦਿੱਕਤਾਂ ਹੋ ਸਕਦੀਆਂ ਨੇ ਔਰਤ ਨੂੰ। ਹਾਂਜੀ, ਮੀਨੋਪੌਜ਼ ਹੁੰਦਾ ਹੈ ਕਿ ਮਾਹਵਾਰੀ ਬੰਦ ਹੋ ਗਈ,
ਜਦੋਂ ਤੱਕ 1 ਸਾਲ ਤੱਕ ਮਾਹਵਾਰੀ ਬੰਦ ਰਹਿੰਦੀ ਹੈ ਆਪਾਂ ਇਹਨੂੰ ਮੀਨੋਪੌਜ਼ ਕਹਿੰਦੇ ਆ। ਮੀਨੋਪੌਜ਼ ਦੇ ਬਾਅਦ ਜੇ ਕਿਸੇ ਔਰਤ ਨੂੰ ਬੁਢਾਪੇ 'ਚ ਬੁੱਢੇ ਬਾਰੇ 'ਚ ਥੋੜਾ ਜਿਹਾ ਬਲੀਡਿੰਗ ਵੀ ਆਂਦੀ ਹੈ, ਭਾਵੇਂ ਉਹ ਤੁਬਕਾ ਹੀ ਕਿਉਂ ਨਾ ਹੋਵੇ, ਉਹ ਬਲੀਡਿੰਗ ਨੂੰ ਕਦੀ ਵੀ ਤੁਸੀਂ ਨਜ਼ਰਅੰਦਾਜ਼ ਨਹੀਂ ਕਰਨਾ ਹੈ, ਉਹਨੂੰ ਖਤਰੇ ਦੀ ਨਿਸ਼ਾਨੀ ਮੰਨੋ, ਕਿਉਂਕਿ ਕਦੀ ਕਤਾਰ ਉਹ ਬਲੀਡਿੰਗ ਬੱਚੇਦਾਨੀ ਦੇ ਅੰਦਰ ਜਿਹੜੇ ਝਿੱਲੀ ਹੁੰਦੀ ਹੈ ਉਹ ਤੋਂ ਬਲੀਡਿੰਗ ਆ ਰਹੀ ਹੁੰਦੀ ਹੈ, ਔਰ ਉਹ ਝਿੱਲੀ ਕਈ ਵਾਰ ਉਹਦੇ ਅੰਦਰ ਕੈਂਸਰ ਦਾ ਬੀਜ ਬਣ ਜਾਂਦਾ ਹੈ ਤੇ ਉਹ ਅੱਗੇ ਜਾ ਕੇ ਐਂਡੋਮੈਟਰੀਅਲ ਕੈਂਸਰ ਜਾਂ ਬੱਚੇਦਾਨੀ ਦਾ ਕੈਂਸਰ ਬਣ ਜਾਂਦਾ ਹੈ। ਕਈ ਵਾਰ ਇਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਵੀ ਨਿਸ਼ਾਨੀ ਹੁੰਦੀ ਹੈ ਤੇ ਜਦ ਵੀ ਇੰਦਾ ਕੁਝ ਹੁੰਦਾ ਹੈ ਸਾਨੂੰ ਅਲਟਰਾਸਾਊਂਡ ਜਾਂ MRI ਜਾਂ ਬਾਇਪਸੀ ਟੈਸਟ ਕਰਕੇ ਇਹ ਦੇਖਣਾ ਪੈਂਦਾ ਹੈ ਕਿ ਮਾਹਵਾਰੀ ਦੇ ਬਾਅਦ ਜਿਹੜੀ ਹੁਣ ਬਲੀਡਿੰਗ ਆ ਰਹੀ ਹੈ ਕਿਤੇ ਉਹ ਕੈਂਸਰ ਦੇ ਕਾਰਨ ਤੇ ਨਹੀਂ ਹੈਗੀ ਹੈ। ਤੇ ਇਸ ਲਈ ਬੜਾ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਤੁਸੀਂ ਇਗਨੋਰ ਨਹੀਂ ਕਰੋ। ਜੇ ਇਹੋ ਜੀ ਕਿਸੇ ਨੂੰ ਵੀ ਬਜ਼ੁਰਗ ਲੇਡੀ ਨੂੰ ਆਫਟਰ ਮੀਨੋਪੌਜ਼ ਹੈਗੀ ਹੈ ਪ੍ਰੋਬਲਮ ਤੇ ਉਹ ਲੇਡੀ ਨੂੰ ਇਹ ਗੱਲ ਆਪਣੀ ਨੂੰਹ ਨਾਲ ਜਾਂ ਆਪਣੀ ਬੇਟੀ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਕਿ ਇਹ ਦਿੱਕਤ ਆ ਰਹੀ ਹੈ ਤੇ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਔਰਤਾਂ ਨੂੰ ਕੀ ਕਹੋਗੇ ਕਿ ਉਹ ਆਪਣੀ ਜੀਵਨ ਸ਼ੈਲੀ ਕਿੱਦਾਂ ਦੀ ਰੱਖਣ, ਆਪਣਾ ਖਾਣ-ਪਾਣ ਕਿਵੇਂ ਦਾ ਰੱਖਣ ਤਾਂ ਜੋ ਗਾਇਨੀ ਸੰਬੰਧੀ ਜੋ ਦਿੱਕਤਾਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਬ੍ਰੇਕ ਲਗਾਇਆ ਜਾਵੇ? ਜਿਹੜੀਆਂ ਸਾਡੀਆਂ ਘਰ ਦੀਆਂ ਔਰਤਾਂ ਨੇ ਉਹਨਾਂ ਦੇ ਸਿਰ ਉੱਤੇ ਘਰ ਚੱਲਦੇ ਨੇ। ਜੇ ਉਹ ਆਪਣੀ ਹੈਲਥ ਦਾ ਖਿਆਲ ਰੱਖਣਗੇ ਤੇ ਉਹਨਾਂ ਦਾ ਪਰਿਵਾਰ ਵੀ ਸੁਖੀ ਰਹੇਗਾ। ਉਹਦੇ ਵਾਸਤੇ ਬੜਾ ਜ਼ਰੂਰਤ ਹੈ ਕਿ ਆਪਣਾ ਇੱਕ ਪੈਪਸਮੀਅਰ ਟੈਸਟ ਜ਼ਰੂਰ ਤੁਸੀਂ ਕਰਾਓ। 40 ਸਾਲ ਦੇ ਬਾਅਦ ਇੱਕ ਮੈਮੋਗ੍ਰਾਫੀ ਜ਼ਰੂਰ ਕਰਾਓ ਦੇਖਣ ਵਾਸਤੇ ਕਿ ਕਿਤੇ ਕੋਈ ਬ੍ਰੈਸਟ ਕੈਂਸਰ ਤੇ ਨਹੀਂ ਹੈ। ਮੀਨੋਪੌਜ਼ ਆਉਣ ਦੇ ਬਾਅਦ ਇੱਕ ਪੇਟ ਦਾ ਅਲਟਰਾਸਾਊਂਡ ਜ਼ਰੂਰ ਕਰਾ ਕੇ ਦੇਖੋ ਕਿ ਕਿਤੇ ਕੋਈ ਰਸੌਲੀ ਤੇ ਨਹੀਂ ਬਣ ਰਹੀ ਹੈ। ਔਰ ਜਿਵੇਂ ਅਸੀਂ ਬਹੁਤ ਸਾਰੀ ਚੀਜ਼ਾਂ ਇਸ ਪ੍ਰੋਗਰਾਮ 'ਚ ਡਿਸਕਸ ਕੀਤੀਆਂ ਨੇ, ਬੜੇ ਸਾਰੇ ਸਿੰਪਟਮ ਡਿਸਕਸ ਕਰਤੇ ਨੇ, ਜੇ ਇਹੋ ਜੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਆਪਣੇ ਸਪੈਸ਼ਲਿਸਟ ਨੂੰ ਕੰਸਲਟ ਕਰੋ, ਆਪਣੇ ਤੱਕ ਉਹਨੂੰ ਨਾ ਛੁਪਾਓ। ਬਹੁਤ ਸਾਰੀਆਂ ਔਰਤਾਂ ਡਰ ਦੇ ਮਾਰੇ ਚੁੱਪ ਕਰਕੇ ਅੰਦਰ ਘਰ 'ਚ ਬੈਠ ਜਾਂਦੀਆਂ ਨੇ। ਡਰੋ ਨਹੀਂ, ਅੱਜ ਕੱਲ ਹਰ ਚੀਜ਼ ਦਾ ਸੋਲੂਸ਼ਨ ਹੈਗਾ, ਹਰ ਚੀਜ਼ ਦਾ ਇਲਾਜ ਹੈਗਾ। ਡਰ ਨੂੰ ਜਿੱਤੋ, ਉਹ ਡਰ ਨੂੰ ਆਪਣਾ ਖਤਮ ਕਰਕੇ ਆਪਣੇ ਡਾਕਟਰ ਨੂੰ ਮਿਲੋ ਤਾਂ ਕਿ ਤੁਹਾਡਾ ਜਿਹੜਾ ਪਰਿਵਾਰ ਹੈ, ਤੁਸੀਂ ਜਿਹੜੇ ਹੋ ਆਪਣੇ ਘਰ 'ਚ ਅੱਛੀ ਤਰੀਕੇ ਨਾਲ ਆਪਣੇ ਘਰ ਦੀ ਖੁਦ ਦੀ ਸੇਵਾ ਸੰਭਾਲ ਕਰੋ। ਜੀ ਡਾਕਟਰ ਗੁਰਸਿਮਰਨ ਕੌਰ ਦੀ ਗੱਲਾਂ ਤੁਸੀਂ ਬਿਲਕੁਲ ਧਿਆਨ 'ਚ ਰੱਖਣੀਆਂ ਨੇ। ਆਪਣਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਸ਼ਾਮਲ ਹੋਏ। ਥੈਂਕ ਯੂ ਸੋ ਮਚ, ਧੰਨਵਾਦ।